जी बेटा सत श्री अकाल सब नूं वेलकम टू ऑल ऑफ यू बेटे एज यू ऑल नो कि अपना ਜਿਹੜਾ ਜਨਰਲ ਸਟੱਡੀ ਦਾ ਬੈਚ ਚੱਲ ਰਿਹਾ ਹੈ ਉਸ ਦੀ ਅੱਜ ਆਪਣੀ ਜੀਓਗ੍ਰਾਫੀ ਦੀ ਕਲਾਸ ਹੈ ਬੇਟੇ ਥਰਡ ਕਲਾਸ ਹੈ ਜਿਹਦੇ ਵਿੱਚ ਤੁਸੀਂ ਨਾਰਦਰਨ ਪਲੇਨਸ ਦੇ ਬਾਰੇ ਦੇ ਵਿੱਚ ਜਿਹੜਾ ਹੈ ਉਹ ਪੜਨ ਜਾ ਰਹੇ ਹੋ ਰਾਈਟ ਬੇਟੇ ਐਂਡ ਆਈ ਰਿਕੁਐਸਟ ਟੂ ਆਲ ਆਫ ਯੂ ਬੇਟਾ ਜਿਨ੍ਹਾਂ ਬੱਚਿਆਂ ਨੇ ਅਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਪਲੀਜ਼ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਇਟ ਵਿਲ ਸ਼ੋਰਲੀ ਹੈਲਪ ਯੂ ਤੁਹਾਨੂੰ ਬਹੁਤ ਸਾਰੀ ਮਦਦ ਦੇਣਗੇ ਤੁਹਾਡੀ ਪੂਰੀ ਉਸ ਪਲੈਨਿੰਗ ਦੇ ਵਿੱਚ ਜਿਹਦੇ ਨਾਲ ਤੁਸੀਂ ਆਪਣੇ ਆਪ ਨੂੰ ਸਕਸੈਸ ਕਰਨਾ ਹੈ एग्जाम्स वगैरह ਦੇ ਵਿੱਚ ਬੇਟੇ ਫਿਜ਼ੀਓਗ੍ਰਾਫਿਕ ਡਿਵੀਜ਼ਨ ਦੀ ਗੱਲ ਕਰਦੇ ਹਾਂ ਆਪਾਂ ਪਹਿਲਾਂ ਇਸ ਚੀਜ਼ ਨੂੰ ਪੜ੍ਹ ਚੁੱਕੇ ਹਾਂ ਅਸੀਂ ਜਾਣਦੇ ਹਾਂ ਟੋਟਲ 6 ਪਾਰਟ ਦੇ ਵਿੱਚ ਅਸੀਂ ਡਿਵਾਈਡ ਕਰਦੇ ਹਾਂ ਜੀ ਇੰਡੀਆ ਨੂੰ ਔਰ ਅੱਜ ਵਾਲਾ ਜਿਹੜਾ ਆਪਾਂ ਪੜ੍ਹਨ ਜਾ ਰਹੇ ਹਾਂ ਉਹ ਹੈ ਜੀ ਤੁਹਾਡਾ ਨਾਰਦਰਨ ਪਲੇਨਸ ਦੇ ਬਾਰੇ ਦੇ ਵਿੱਚ ਸੋ ਫਰਦਰ ਡਿਲੇ ਨਾ ਕਰਦੇ ਹੋਏ ਅੱਗੇ ਵਧਦੇ ਹਾਂ ਬੇਟੇ ਹਾਂਜੀ ਇਹ ਨੇ ਜੀ ਤੁਹਾਡੇ ਨਾਰਦਰਨ ਪਲੇਨਸ ਦੇ ਬਾਰੇ ਦੇ ਵਿੱਚ ਬੇਟੇ ਦੇਖੋ ਜ਼ਰਾ ਇਸ ਮੈਪ ਦੇ ਉੱਪਰ ਥੋੜਾ ਜਿਹਾ ਧਿਆਨ ਦਿਓ ਇੱਧਰ ਦੇਖੋ ਇਹ ਜਿਹੜੇ ਪਲੇਨਸ ਨੇ ਨਾ ਨਾਰਦਰਨ ਪਲੇਨਸ ਇਹ ਅਸੀਂ ਚੰਗੀ ਤਰ੍ਹਾਂ ਨਾਲ ਜਾਣਦੇ ਹਾਂ ਕਿ ਇੱਥੇ ਸਾਡੇ ਕੋਲ ਆਉਂਦਾ ਇੱਕ ਰੀਜਨ ਇੱਕ ਰੇਂਜ ਆਉਂਦੀ ਹੈ ਮਾਊਂਟੇਨਸ ਦੀ ਜਿਹਨੂੰ ਆਪਾਂ ਹਿਮਾਲਿਆਸ ਦੇ ਨਾਮ ਨਾਲ ਜਾਣਦੇ ਹਾਂ ਬੇਟੇ ਔਰ ਇਹ ਜਿਹੜੀ ਹਿਮਾਲਿਆ ਮਾਊਂਟੇਨ ਰੇਂਜ ਹੈ ਇਹਦੇ ਤੋਂ ਬਹੁਤ ਸਾਰੀਆਂ ਰਿਵਰ ਨਿਕਲਦੀਆਂ ਨੇ ਔਰ ਇਹ ਰਿਵਰਸ ਜਿਹੜੀਆਂ ਨੇ ਇਹਨਾਂ ਨੇ ਆਪਣੇ ਨਾਲ ਲਿਆਂਦੇ ਹੋਏ ਸੈਂਡੀਮੈਂਟਸ ਜਿਹੜੇ ਨੇ ਇਸ ਏਰੀਏ ਦੇ ਵਿੱਚ ਜਿਹੜੇ ਨੇ ਉਹ ਡਿਪੋਜ਼ਿਟ ਕੀਤੇ ਨੇ ਔਰ ਉਹਨਾਂ ਦੇ ਨਾਲ ਹੀ ਇੱਥੇ ਬਣੇ ਨੇ ਪਲੇਨਸ ਇਹਨਾਂ ਪਲੇਨਸ ਨੂੰ ਆਪਾਂ ਡਿਵਾਈਡ ਕਰਦੇ ਹਾਂ ਬੇਟਾ ਸਭ ਤੋਂ ਪਹਿਲਾਂ ਆਪਣੇ ਕੋਲ ਆਉਂਦੇ ਨੇ ਇੰਡਸ ਰਿਵਰ ਦੇ ਪਲੇਨ ਜਿਨ੍ਹਾਂ ਨੂੰ ਆਪਾਂ ਪੰਜਾਬ ਪਲੇਨ ਵੀ ਬੋਲ ਦਿੰਦੇ ਹਾਂ ਬੇਟੇ ਨੈਕਸਟ ਆ ਜਾਂਦਾ ਹੈ ਗੰਗਾ ਰਿਵਰ ਦੇ ਪਲੇਨ ਜਿਨ੍ਹਾਂ ਨੂੰ ਆਪਾਂ ਗੰਗੈਟਿਕ ਪਲੇਨ ਵੀ ਬੋਲਦੇ ਹਾਂ ਤਿੰਨ ਪਾਰਟ ਦੇ ਵਿੱਚ ਡਿਵਾਈਡ ਕਰਦੇ ਹਾਂ ਇਸ ਨੂੰ ਅਪਰ ਗੰਗੈਟਿਕ ਪਲੇਨ ਮਿਡਲ ਗੰਗੈਟਿਕ ਪਲੇਨ ਐਂਡ ਲੋਅਰ ਗੰਗੈਟਿਕ ਪਲੇਨ ਨੈਕਸਟ ਬੇਟੇ ਸਾਡੇ ਕੋਲ ਆ ਜਾਂਦਾ ਹੈ ਬ੍ਰਹਮਪੁੱਤਰਾ ਰਿਵਰ ਦੇ ਵੱਲੋਂ ਬਣਾਏ ਹੋਏ ਪਲੇਨਸ ਜਿਨ੍ਹਾਂ ਨੂੰ ਆਪਾਂ ਅਸਮ ਪਲੇਨਸ ਵੀ ਬੋਲ ਦਿੰਦੇ ਹਾਂ ਇਸ ਦਾ ਕੁਝ ਹਿੱਸਾ ਜਿਹੜਾ ਹੈ ਬੰਗਲਾਦੇਸ਼ ਦੇ ਵਿੱਚ ਆਉਂਦਾ ਹੈ ਔਰ ਜ਼ਿਆਦਾਤਰ ਜਿਹੜਾ ਸਾਡੀ ਕੰਟਰੀ ਦੇ ਵਿੱਚ ਹਿੱਸਾ ਮਿਲਦਾ ਹੈ ਉਹ ਬੇਟੇ ਮਿਲਦਾ ਹੈ ਅਸਾਮ ਸਟੇਟ ਦੇ ਵਿੱਚ ਨਾਰਦਰਨ ਪਲੇਨ ਦੀ ਜਿਹੜੀ ਆਪਾਂ ਲੋਕੇਸ਼ਨ ਦੀ ਗੱਲ ਕਰ ਰਹੇ ਹਾਂ ਨਾਰਦਰਨ ਪਲੇਨਸ ਆਰ ਲੋਕੇਟਡ ਬਿਟਵੀਨ ਸਾਊਥ ਆਫ ਹਿਮਾਲਿਆਜ਼ ਐਂਡ ਨਾਰਥ ਆਫ ਪੈਨਿਸੂਲਰ ਪਲੇਟੋ ਦੇਖੋ ਇਹ ਨੇ ਸਾਡੀਆਂ ਡਾਇਰੈਕਸ਼ਨ ਇਹ ਨਾਰਥ ਹੈ ਉੱਪਰ ਔਰ ਨੀਚੇ ਕੀ ਹੈ ਜੀ ਨੀਚੇ ਹੈ ਸਾਊਥ ਔਰ ਅਗਰ ਇੱਥੇ ਹੈ ਸਾਡੇ ਕੋਲ ਹਿਮਾਲਿਆ ਜਿਹੜੇ ਨੇ ਮਾਊਂਟੇਨਸ ਉਹ ਵਾਲੇ ਬੇਟਾ ਔਰ ਅਗਰ ਅਸੀਂ ਹਿਮਾਲਿਆਜ਼ ਮਾਊਂਟੇਨ ਦੀ ਗੱਲ ਕਰਦੇ ਹਾਂ ਬੇਟਾ ਇਹਨਾਂ ਦੀ ਤਾਂ ਹਿਮਾਲਿਆਜ਼ ਤੋਂ ਦੇਖੋ ਸਾਊਥ ਵਾਲੀ ਸਾਈਡ ਨੀਚੇ ਨੂੰ ਸਾਊਥ ਹੋ ਗਿਆ ਨਾ ਹਿਮਾਲਿਆਜ਼ ਦਾ ਤਾਂ ਸਾਊਥ ਵਾਲੀ ਸਾਈਡ ਜਿਹੜੇ ਨੇ ਇਹ ਪਲੇਨਸ ਜਿਹੜੇ ਨੇ ਸਾਨੂੰ ਉਹ ਮਿਲਦੇ ਨੇ ਬੇਟੇ ਔਰ ਅਗਰ ਆਪਾਂ ਗੱਲ ਕਰਦੇ ਹਾਂ ਜੀ ਸਾਡੀ ਪੈਨਿਸੂਲਰ ਪਲੇਟੋ ਵਾਲੇ ਏਰੀਆ ਦੀ ਦਿਸ ਰੀਜਨ ਇਜ਼ ਨੋਨ ਐਜ਼ ਪੈਨਿਸੂਲਰ ਪਲੇਟੋ ਰੀਜਨ ਬੇਟੇ ਇਹ ਵਾਲਾ ਜਿਹੜਾ ਇਹ ਪੈਨਿਸੂਲਰ ਪਲੇਟੋ ਰੀਜਨ ਹੈ ਔਰ ਇਸ ਰੀਜਨ ਦੇ ਅਗਰ ਆਪਾਂ ਦੇਖਦੇ ਹਾਂ ਤਾਂ ਨਾਰਥ ਵਾਲੀ ਸਾਈਡ ਦੇ ਵਿੱਚ ਜਿਹੜੇ ਨੇ ਸਾਨੂੰ ਇਹ ਨਾਰਦਰਨ ਪਲੇਨਸ ਜਿਹੜੇ ਨੇ ਉਹ ਦਿਖਾਈ ਦਿੰਦੇ ਨੇ ਸੋ ਇਹਨਾਂ ਦੀ ਲੋਕੇਸ਼ਨ ਨੂੰ ਯਾਦ ਰੱਖਣਾ ਹੈ ਸਾਊਥ ਆਫ ਹਿਮਾਲਿਆ ਐਂਡ ਨਾਰਥ ਆਫ ਪੈਨਿਸੂਲਰ ਪਲੇਟੋ ਜਦੋਂ ਇਹ ਚੀਜ਼ ਜਿਹੜੀ ਹੈ ਸਾਨੂੰ ਯਾਦ ਰਹੇਗੀ ਬੇਟਾ ਕੁਐਸਚਨ ਵਗੈਰਾ ਇੱਥੋਂ ਬਣ ਸਕਦੇ ਨੇ ਹੁਣ ਇਹ ਜਿਹੜੀ ਗੱਲ ਆਉਂਦੀ ਹੈ ਕਿ ਇਹ ਪਲੇਨਸ ਜਿਹੜੇ ਬਣੇ ਕਿਵੇਂ ਨੇ ਫਾਰਮ ਕਿੱਦਾਂ ਹੁੰਦੇ ਨੇ ਜੀ ਫਾਰਮ ਹੋਏ ਨੇ ਬੇਟਾ ਡਿਪੋਜੀਸ਼ਨ ਆਫ ਦਾ ਸੈਂਡੀਮੈਂਟਸ ਬਰਾਊਟ ਬਾਏ 3 ਮੇਨ ਰਿਵਰਸ ਇਹ ਤਿੰਨ ਜਿਹੜੇ ਰਿਵਰ ਸਿਸਟਮ ਸੀਗੇ ਰਿਵਰ ਸਿਸਟਮ ਦੇ ਵਿੱਚ ਬੇਟਾ ਇਹ ਰਿਵਰ ਔਰ ਇਹਨਾਂ ਦੀਆਂ ਟ੍ਰਿਬਿਊਟਰੀਜ਼ ਵੀ ਆਉਂਦੀਆਂ ਨੇ ਜੀ ਕਿਉਂਕਿ ਆਪਾਂ ਜਾਣਦੇ ਹਾਂ ਇਹਨਾਂ ਦੀਆਂ ਬਹੁਤ ਸਾਰੀਆਂ ਟ੍ਰਿਬਿਊਟਰੀਜ਼ ਨੇ ਉਹਨਾਂ ਟ੍ਰਿਬਿਊਟਰੀਆਂ ਦੇ ਨਾਲ ਜਿਹੜੇ ਨੇ ਇਹ ਮਿਲ ਕੇ ਜਿਹੜਾ ਇੱਕ ਪੂਰਾ ਰਿਵਰ ਫਾਰਮ ਕਰਦੇ ਨੇ ਬੇਟੇ ਇਸ ਪੂਰੇ ਪਲੇਨ ਨੂੰ ਕਿਹੜੇ ਰਿਵਰ ਸਿਸਟਮ ਨੇ ਇੰਡਸ ਰਿਵਰ ਸਿਸਟਮ ਗੰਗਾ ਰਿਵਰ ਸਿਸਟਮ ਐਂਡ ਬ੍ਰਹਮਪੁੱਤਰਾ ਰਿਵਰ ਸਿਸਟਮ ਇਹਨਾਂ ਤਿੰਨਾਂ ਰਿਵਰਸ ਨੇ ਮਿਲ ਕੇ ਬਣਾਏ ਹੈ ਜੀ ਇਹ ਪਲੇਨਸ ਨੈਕਸਟ ਅੱਗੇ ਦੇਖਦੇ ਹਾਂ ਰਾਜੇ ਇੰਪੋਰਟੈਂਟ ਟਰਮਸ ਦੀ ਗੱਲ ਕਰਦੇ ਹਾਂ ਬੇਟਾ ਕੁਝ ਇੱਕ ਚੀਜ਼ਾਂ ਜਿਹੜੀਆਂ ਤੁਹਾਨੂੰ ਪੁੱਛਿਆ ਜਾਂਦੀਆਂ ਨੇ ਪੇਪਰ ਦੇ ਵਿੱਚ ਦੁਆਬ ਤੋਂ ਬਹੁਤ ਵਾਰ ਕੁਐਸਚਨ ਆ ਚੁੱਕਾ ਹੈ ਰਾਜੇ ਕਿ ਇਹਦਾ ਮਤਲਬ ਕੀ ਹੈ ਦੇਖੋ ਦਾ ਅਲੂਵੀਅਲ ਲੈਂਡ ਬਿਟਵੀਨ ਟੂ ਕਨਵਰਜਿੰਗ ਰਿਵਰ ਐਗਜ਼ਾਮਪਲ ਦੁਆਬ ਏਰੀਆ ਇਨ ਪੰਜਾਬ ਇਹ ਆ ਰਿਹਾ ਜੀ ਇੱਕ ਰਿਵਰ ਇੱਧਰ ਤੋਂ ਆ ਰਿਹਾ ਕੋਈ ਦੂਸਰਾ ਰਿਵਰ ਇਹ ਦੋਨੋਂ ਰਿਵਰਸ ਜਿਹੜੇ ਨੇ ਇਹਨਾਂ ਦੇ ਵਿਚਕਾਰ ਵਾਲਾ ਦਿਸ ਰੀਜਨ ਇਹ ਵਾਲਾ ਜਿਹੜਾ ਰੀਜਨ ਇਹਨਾਂ ਦੋਨਾਂ ਦਰਿਆਵਾਂ ਦੇ ਵਿਚਕਾਰ ਵਾਲਾ ਇਹਨੂੰ ਆਪਾਂ ਬੋਲਦੇ ਹਾਂ ਦੁਆਬ ਰੀਜਨ ਬੇਟੇ ਦੇਖੋ ਦੋ ਦਾ ਮਤਲਬ ਟੂ ਆਬ ਦਾ ਮਤਲਬ ਪਾਣੀ ਕਿਉਂਕਿ ਆਪਾਂ ਉਹ ਪੰਜਾਬ ਵਾਲੀ ਚੀਜ਼ ਨੂੰ ਵੀ ਜਾਣਦੇ ਹਾਂ ਨਾ ਪੰਜ ਆਬ ਪੰਜ ਪਾਣੀਆਂ ਦੀ ਧਰਤੀ ਇਦਾਂ ਹੀ ਦੋ ਆਬ ਦੋ ਪਾਣੀਆਂ ਦੇ ਵਿਚਕਾਰ ਵਾਲੀ ਜਿਹੜੀ ਅਲੂਵੀਅਲ ਲੈਂਡ ਹੈ ਉਸ ਨੂੰ ਆਪਾਂ ਬੋਲਦੇ ਹਾਂ ਦੁਆਬ ਪੰਜਾਬ ਦੇ ਵਿੱਚ ਜਿਹੜੇ ਦੁਆਬ ਵਗੈਰਾ ਆਉਂਦੇ ਨੇ ਉਹ ਆਪਾਂ ਨੈਕਸਟ ਅਗਲੀਆਂ ਸਲਾਈਡਸ ਦੇ ਵਿੱਚ ਕਰਾਂਗੇ ਉਹਨਾਂ ਨੂੰ ਕਵਰ ਜੀ ਖਾਦਰ ਏਰੀਆ ਫਲੱਡਡ ਬਾਈ ਰਿਵਰ ਆਲਮੋਸਟ ਐਵਰੀ ਈਅਰ ਦਰਿਆ ਦੇ ਨਾਲ ਦੇਖੋ ਇਹ ਇੱਕ ਦਰਿਆ ਵਗ ਰਿਹਾ ਹੈ ਬੇਟਾ ਠੀਕ ਹੈ ਇਹ ਇੱਕ ਦਰਿਆ ਵਗ ਰਿਹਾ ਹੈ ਔਰ ਇਸ ਦਰਿਆ ਦੇ ਬਿਲਕੁਲ ਨਾਲ ਵਾਲਾ ਜਿਹੜਾ ਇਹ ਵਾਲਾ ਏਰੀਆ ਜਿਹੜਾ ਹੈ ਬਿਲਕੁਲ ਨਜ਼ਦੀਕ ਵਾਲਾ ਏਰੀਆ ਇਹ ਨਜ਼ਦੀਕ ਵਾਲੀ ਬੈਲਟ ਜਿਹੜੀ ਕੁਝ ਕੀ ਕਿਲੋਮੀਟਰ ਚੌੜੀ ਬੈਲਟ ਹੁੰਦੀ ਹੈ ਜਿਹੜੀ ਬਿਲਕੁਲ ਨਜ਼ਦੀਕ ਦਰਿਆ ਦੇ ਦੋਨੋਂ ਸਾਈਡ ਵਾਲੀ ਇਹਨੂੰ ਏਰੀਆ ਨੂੰ ਆਪਾਂ ਬੋਲਦੇ ਹਾਂ ਖਾਦਰ ਏਰੀਆ ਜਦੋਂ ਵੀ ਬਾਰਿਸ਼ਾਂ ਵਗੈਰਾ ਹੁੰਦੀਆਂ ਨੇ ਵਾਟਰਸ ਦਾ ਫਲੋ ਜਿਹੜਾ ਹੈ ਦਰਿਆ ਦਾ ਪਾਣੀ ਦਾ ਫਲੋ ਵੱਧ ਜਾਂਦਾ ਹੈ ਔਰ ਇਹਨਾਂ ਦੇ ਵਿਚਕਾਰ ਜਿਹੜਾ ਹੈ ਉਹ ਚਲੇ ਜਾਂਦਾ ਹੈ ਇਸ ਏਰੀਆ ਦੇ ਵਿੱਚ ਔਰ ਇੱਥੇ ਫਲੱਡ ਵਗੈਰਾ ਹਰ ਸਾਲ ਜਿਹੜੇ ਆ ਜਾਂਦੇ ਨੇ ਇਹਨੂੰ ਆਪਾਂ ਬੋਲਦੇ ਹਾਂ ਖਾਦਰ ਏਰੀਆ ਨੈਕਸਟ ਬੇਟਾ ਆਉਂਦਾ ਹੈ ਬਾਂਗੜ ਏਰੀਆ ਦਿਸ ਦਾ ਏਰੀਆ ਨੈਵਰ ਫਲੱਡਡ ਬਾਈ ਰਿਵਰ ਇੱਥੇ ਫਲੱਡ ਵਗੈਰਾ ਨਹੀਂ ਆਉਂਦਾ ਹੈ ਔਰ ਉਸ ਰੀਜ਼ਨ ਤੋਂ ਅਗਲਾ ਰੀਜ਼ਨ ਹੁੰਦਾ ਹੈ ਬੇਟੇ ਖਾਦਰ ਤੋਂ ਨੈਕਸਟ ਵਾਲਾ ਰੀਜ਼ਨ ਜਿਹੜਾ ਹੈ ਉਸ ਨੂੰ ਆਪਾਂ ਬੋਲਦੇ ਹਾਂ ਬਾਂਗੜ ਰੀਜ਼ਨ ਨੈਕਸਟ ਅੱਗੇ ਵਧਦੇ ਹਾਂ ਜੀ
ਟਰਮਸ ਤੁਹਾਨੂੰ ਸਮਝ ਲੱਗ ਗਈਆਂ ਹੋਣਗੀਆਂ। ਹਾਂਜੀ, ਇੱਕ ਬੇਟੇ ਰਿਵਰ ਜਦੋਂ ਹਿਲਸ ਤੋਂ ਨਿਕਲ ਕੇ ਸੀ ਵੱਲ ਚੱਲਦੀ ਹੈ ਆਪਣੀ ਪੂਰੀ ਲਾਈਫ ਦੇ ਵਿੱਚ, ਉਹ ਜਾਂ ਆਪਣੇ ਪੂਰੇ ਉਸ ਏਰੀਆ ਜਿਹੜੀ ਉਹ ਸਟ੍ਰੈਚ ਹੈ ਜਿਹੜੀ ਉਹ ਲੰਬਾਈ ਕਵਰ ਕਰਦੀ ਹੈ, ਤਾਂ ਉਹਦੇ ਕੁਝ ਏਰੀਆਜ਼ ਹੁੰਦੇ ਨੇ। ਇਹ ਸਭ ਤੋਂ ਪਹਿਲਾਂ ਇਹ ਵਾਲਾ ਏਰੀਆ ਜਿਹਨੂੰ ਆਪਾਂ ਬਾਬਰ ਏਰੀਆ ਬੋਲਦੇ ਹਾਂ, ਦੈਨ ਤਰਾਈ ਰੀਜਨ, ਦੈਨ ਖਾਦਰ ਰੀਜਨ, ਦੈਨ ਬਾਂਗਰ ਰੀਜਨ। ਇਸ ਤਰੀਕੇ ਨਾਲ ਰੀਜਨ ਆਉਂਦੇ ਨੇ। ਔਰ ਬਾਂਗਰ ਤੋਂ ਬਾਅਦ ਬੇਟੇ ਆ ਜਾਂਦਾ ਹੈ ਤੁਹਾਡਾ ਡੈਲਟਾ। ਇਸ ਤੋਂ ਬਾਅਦ ਦੇ ਵਿੱਚ ਰਿਵਰ ਆਪਣਾ ਡੈਲਟਾ ਫਾਰਮ ਕਰਦੀ ਹੈ ਔਰ ਫਿਰ ਸਮੁੰਦਰ ਦੇ ਵਿੱਚ ਜਿਹੜੀ ਉਹ ਮਿਲ ਜਾਂਦੀ ਹੈ ਜੀ। ਇਹ ਜਿੰਨੇ ਆਪਾਂ ਇਹ ਡਿਸਕਸ ਕੀਤੇ ਨੇ ਸਾਰੇ ਬਾਂਗਰ, ਤਰਾਈ, ਖਾਦਰ, ਇਹ ਵਾਲੇ ਜਿਹੜੇ ਨੇ ਇਹਨਾਂ ਦੀ ਅੱਗੇ ਆਪਾਂ ਸਲਾਈਡ 'ਚ ਡਿਟੇਲ ਦੇ ਵਿੱਚ ਗੱਲ ਕਰਦੇ ਹਾਂ। ਇੱਥੇ ਥੋੜ੍ਹਾ ਜਿਹਾ ਜਾਣ ਲਓ। ਇਹ ਜਿਹੜੇ ਨੇ ਇੱਥੇ ਏਰੀਆ ਦੇ ਵਿੱਚ ਪੱਥਰ ਕੰਕਰ ਵਗੈਰਾ ਬਹੁਤ ਹੁੰਦੇ ਨੇ, ਕਿਉਂਕਿ ਹਿਲਸ ਜਦੋਂ ਰਿਵਰ ਇੱਥੋਂ ਆ ਰਹੀ ਹੈ ਪਹਾੜ ਤੋਂ, ਉਹਦੀ ਵੈਲੋਸਿਟੀ ਬਹੁਤ ਹੁੰਦੀ ਹੈ ਤਾਂ ਉਹਦੇ ਨਾਲ ਪੱਥਰ ਵਗੈਰਾ ਥੱਲੇ ਨੂੰ ਰਿੜਦੇ ਆਉਂਦੇ ਨੇ। ਲੇਕਿਨ ਇੱਥੇ ਜਾ ਕੇ ਪਲੇਨਸ ਦੇ ਵਿੱਚ ਐਂਟਰ ਕਰਦੀ ਹੈ ਤਾਂ ਉਸ ਦੀ ਸਪੀਡ ਘੱਟ ਹੋ ਜਾਂਦੀ ਹੈ ਤਾਂ ਪੱਥਰ ਵਗੈਰਾ ਜਿਹੜੇ ਨੇ ਇਸ ਏਰੀਆ 'ਚ ਡਿਪੋਜ਼ਿਟ ਹੋ ਜਾਂਦੇ ਨੇ ਬੇਟੇ। ਨੈਕਸਟ ਵਾਲਾ ਜਿਹੜਾ ਇਹ ਰੀਜ਼ਨ ਹੈ ਤਰਾਈ ਰੀਜ਼ਨ ਜਿਹਨੂੰ ਬੋਲਦੇ ਨੇ, ਇਹਦੇ ਵਿੱਚ ਬਹੁਤ ਸਾਰੇ ਜਿਹੜੀ ਹੈ ਉਹ ਤੁਹਾਡਾ ਹੁੰਦੀਆਂ ਨੇ ਬੇਟੇ ਆਪਣੀ ਜਿਹਨੂੰ ਆਪਾਂ ਗ੍ਰੀਨਰੀ ਵਗੈਰਾ ਬੋਲਦੇ ਆ, ਉਹ ਕਾਫੀ ਜ਼ਿਆਦਾ ਪਾਈ ਜਾਂਦੀ ਹੈ ਬੇਟਾ ਇਸ ਰੀਜਨ ਦੇ ਵਿੱਚ। ਕਿਉਂਕਿ ਇੱਥੇ ਜਿਹੜੇ ਨੇ ਵਾਟਰ ਅਵੇਲੇਬਿਲਿਟੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈ ਰਾਜੇ। ਉਸ ਵਾਟਰ ਅਵੇਲੇਬਿਲਿਟੀ ਦੀ ਵਜ੍ਹਾ ਦੇ ਕਾਰਨ ਜਿਹੜਾ ਹੈ ਇਹਦੇ ਵਿੱਚ ਕਾਫੀ ਜ਼ਿਆਦਾ ਜਿਹੜੇ ਨੇ ਉਹ ਸਾਨੂੰ ਗ੍ਰੀਨਰੀ ਜਿਹੜੀ ਹੈ ਉਹ ਦੇਖਣ ਨੂੰ ਮਿਲਦੀ ਹੈ ਬੇਟਾ। ਨੈਕਸਟ ਆ ਜਾਂਦਾ ਹੈ ਬੇਟੇ ਖਾਦਰ ਰੀਜਨ ਔਰ ਫਿਰ ਆ ਜਾਂਦਾ ਹੈ ਬਾਂਗਰ ਰੀਜਨ। ਇਹ ਦੋਨੋਂ ਹੀ ਆਪਾਂ ਪਿੱਛੇ ਜਿਹੜੇ ਡਿਸਕਸ ਕਰਕੇ ਹਟੇ ਉਹੀ ਹਾਲ ਨੇ। ਅੱਗੇ ਇਹਨਾਂ ਨੂੰ ਆਪਾਂ ਡਿਟੇਲ ਦੇ ਵਿੱਚ ਜਿਹੜਾ ਹੈ ਉਹ ਪੜ੍ਹਦੇ ਹਾਂ ਰਾਜੇ। Based on the relief feature, the nether plain can be divided into 4 region. Important point ਧਿਆਨ ਦੇ ਵਿੱਚ ਰੱਖਣਾ ਹੈ ਥੋੜਾ ਜਿਹਾ ਇਸ ਨੂੰ ਤੁਸੀਂ। ਕਿੰਨੇ ਪਾਰਟ ਦੇ ਵਿੱਚ ਆਪਾਂ ਇਹਨੂੰ ਡਿਵਾਈਡ ਕਰਦੇ ਹਾਂ ਬੇਟੇ? ਆਪਾਂ ਇਸ ਨੂੰ ਡਿਵਾਈਡ ਕਰਦੇ ਹਾਂ ਜੀ 4 ਪਾਰਟਸ ਦੇ ਵਿੱਚ। ਰਾਈਟ ਬੇਟਾ, ਕਿਹੜੇ ਕਿਹੜੇ ਨੇ ਦੇਖੋ? ਬਾਬਰ ਰੀਜਨ, ਤਰਾਈ ਰੀਜਨ, ਬਾਂਗਰ ਔਰ ਖਾਦਰ ਰੀਜਨ। ਸਭ ਤੋਂ ਪਹਿਲਾਂ ਇਸ ਦੀ ਗੱਲ ਕਰਦੇ ਹਾਂ ਬਾਂਗਰ ਦੀ ਜੀ। ਇਹ ਕੀ ਚੀਜ਼ ਹੈ? ਆਫਟਰ ਡਿਸੈਂਡਿੰਗ ਫਰੋਮ ਦ ਮਾਊਂਟੇਨਸ ਦੇ ਵਿੱਚੋਂ ਜਦੋਂ ਰਿਵਰ ਨਿਕਲਦੀਆਂ ਨੇ ਬੇਟੇ, ਰਿਵਰ ਡਿਪੋਜ਼ਿਟਸ ਪੇਬਲਸ, ਸਟੋਨ ਵਗੈਰਾ ਜਿਹੜੇ ਨੇ ਉਹ ਇੱਕ ਨੈਰੋ ਬੈਲਟ ਦੇ ਵਿੱਚ ਕਰ ਦਿੰਦੀਆਂ ਨੇ। ਔਰ ਉਹ ਬੈਲਟ ਕਿੰਨੀ ਚੌੜੀ ਹੈ? 8 ਤੋਂ 16 ਕਿਲੋਮੀਟਰ ਦਾ ਏਰੀਆ ਉਹਦਾ ਹੁੰਦਾ ਹੈ ਜੀ। ਔਰ ਇਹ ਸ਼ਿਵਾਲਿਕ ਹਿਲਸ ਜਿਹੜੀਆਂ ਨੇ ਉਹਨਾਂ ਦੇ ਪੈਰਲਲੀ ਚੱਲਦੀਆਂ ਨੇ। ਰਾਈਟ, this region is known as Babur. All the streams disappear in this region. Rivers ਜਿਹੜੀਆਂ ਵਗਦੀਆਂ ਨੇ ਇਸ ਰੀਜਨ ਦੇ ਵਿੱਚ disappear ਹੋ ਜਾਂਦੀਆਂ ਨੇ। ਕਿਉਂ ਹੋ ਜਾਂਦੀਆਂ ਨੇ ਜੀ? ਪੱਥਰ ਵਗੈਰਾ ਜਿਹੜੇ ਪਏ ਹੁੰਦੇ ਨੇ, ਪਾਣੀ ਉਹਨਾਂ ਦੇ ਨੀਚੇ ਚਲਾ ਜਾਂਦਾ ਹੈ ਤਾਂ ਨਦੀਆਂ ਆਪਾਂ ਨੂੰ ਸੁੱਕੀਆਂ ਹੋਈਆਂ ਦਿਖਾਈ ਦਿੰਦੀਆਂ ਨੇ। ਇਸ ਤੋਂ ਬਾਅਦ ਬੇਟਾ ਆਉਂਦਾ ਹੈ ਤਰਾਈ ਰੀਜਨ। ਦਾ ਤਰਾਈ ਰੀਜਨ ਲਾਈਜ਼ ਟੂਵਰਡਸ ਸਾਊਥ ਆਫ ਬਾਂਬਰ ਬੈਲਟ। ਦੇਖੋ ਜਿਵੇਂ ਇਹ ਸ਼ਿਵਾਲਿਕ ਹਿਲਸ ਨੇ, ਇਹਨਾਂ ਦੇ ਨਾਲ ਇਹ ਵਾਲਾ ਜਿਹੜਾ ਏਰੀਆ ਇੰਨੇ ਵਾਲਾ ਇਹ ਆ ਗਿਆ ਤੁਹਾਡਾ ਬਾਂਗਰ ਰੀਜਨ। ਉਸ ਤੋਂ ਬਾਅਦ ਅੱਗੇ ਜਿਹੜਾ ਨੈਕਸਟ ਆਉਂਦਾ ਹੈ ਸਾਊਥ ਦੇ ਵਿੱਚ ਉਹਨਾਂ ਦੇ, ਉਹਨੂੰ ਆਪਾਂ ਬੋਲਦੇ ਹਾਂ ਤਰਾਈ ਰੀਜਨ ਜੀ। ਇਨ ਦਿਸ ਰੀਜਨ ਦ ਸਟਰੀਮਸ ਅਪੀਅਰ, ਰੀਅਪੀਅਰ ਐਂਡ ਮੇਕ ਅ ਵੈਟ ਸਵੈਂਪੀ ਐਂਡ ਮਾਰਸ਼ੀ ਰੀਜਨ। ਦਲਦਲੀ ਜਿਹੜੇ ਨੇ ਉਹ ਬਣਾਉਂਦੇ ਨੇ ਰੀਜਨ ਵਗੈਰਾ ਇਸ ਏਰੀਆ ਦੇ ਵਿੱਚ। ਸਟਰੀਮਸ ਜਿਹੜੀਆਂ ਨੇ ਉਹ ਰੀਅਪੀਅਰ ਹੋ ਜਾਂਦੀਆਂ ਨੇ। ਉਸ ਤੋਂ ਬਾਅਦ ਬੇਟੇ ਆਉਂਦਾ ਹੈ ਬਾਂਗਰ। Bangar is the largest part of northern plain and is composed of oldest alluvial soil. ਇਹਨੂੰ ਆਪਾਂ old alluvial soil ਕਿੱਥੇ ਮਿਲਦੀ ਹੈ? ਤਾਂ ਇਹਦੇ ਤੋਂ ਵੀ ਕੁਐਸਚਨ ਜਿਹੜਾ ਉਹ ਤੁਹਾਨੂੰ ਆ ਸਕਦਾ ਹੈ ਕਿ old alluvial soil ਕਿਸ ਰੀਜਨ 'ਚ ਮਿਲਦੀ ਹੈ? ਬਾਂਗਰ ਰੀਜਨ ਦੇ ਵਿੱਚ। They lie above the flood plains. flood plain ਜਿਹੜਾ ਹੁੰਦਾ ਹੈ ਖਾਦਰ, ਉਹਦੇ ਤੋਂ ਪਹਿਲਾਂ ਇਹ ਆਉਂਦਾ ਹੈ। They resemble terrace. The soil of this region is locally known as conquer and composed of calcareous deposits. ਕੰਕਰ ਜਿਨ੍ਹਾਂ ਨੂੰ ਆਪਾਂ ਰੋਡ ਵੀ ਕਹਿ ਦਿੰਦੇ ਹਾਂ, ਛੋਟੇ ਛੋਟੇ ਵਾਈਟ ਕਲਰ ਦੇ ਹੁੰਦੇ ਨੇ। ਕੈਲਸ਼ੀਅਮ ਕਾਰਬੋਨੇਟ ਵਗੈਰਾ ਜਿਹੜੀ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਪਾਈ ਜਾਂਦੀ ਹੈ ਬੇਟੇ। ਓਲਡ ਅਲੂਵੀਅਲ ਸੋਇਲ ਹੁੰਦੀ ਹੈ, ਇਹਦੇ ਵਿੱਚ ਉਚਾਈ ਤੇ ਹੁੰਦਾ ਹੈ, ਇਸ ਕਰਕੇ ਪਲੇਨ ਦੇ ਵਿੱਚ ਜਿਹੜੇ ਨੇ ਉਹ ਤੁਹਾਡੇ ਹੜ੍ਹ ਵਗੈਰਾ ਜਿਹੜੇ ਨੇ ਉਹ ਜਲਦੀ ਨਹੀਂ ਆਉਂਦੇ ਰਾਜੇ। ਨੈਕਸਟ ਬੇਟਾ ਜਿਹੜੀ ਚੀਜ਼ ਆਉਂਦੀ ਹੈ ਉਹ ਤੁਹਾਡੇ ਕੋਲ ਆ ਜਾਂਦਾ ਹੈ ਜੀ ਖਾਦਰ। ਦ ਫਲੱਡ ਪਲੇਨ ਫਾਰਮਡ ਬਾਏ ਜੰਗਰ ਅਲੂਵੀਅਲ ਆਰ ਕਾਲਡ ਖਾਦਰ। The soil in this region is renewed every year. ਹਰ ਸਾਲ ਹੜ੍ਹ ਆਉਂਦੇ ਨੇ, ਨਵੀਂ ਮਿੱਟੀ ਆ ਜਾਂਦੀ ਹੈ। ਨਵੀਂ ਮਿੱਟੀ ਆਉਂਦੀ ਹੈ ਇਸ ਕਰਕੇ ਕਾਫੀ ਜ਼ਿਆਦਾ ਫਰਟਾਈਲ ਹੁੰਦੀ ਹੈ। ਇਹ ਹੈ ਜੀ ਸਾਡਾ ਖਾਦਰ ਰੀਜਨ। ਹੋਪ ਕਿ ਤੁਹਾਨੂੰ ਸਾਰੇ ਬੇਟਾ ਇਹ ਚੰਗੀ ਤਰ੍ਹਾਂ ਨਾਲ ਸਮਝ ਲੱਗ ਗਏ ਹੋਣਗੇ ਰੀਜ਼ਨਸ। ਫਿਰ ਵੀ ਅਗਰ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ, ਵੀਡੀਓ ਨੂੰ ਦੁਬਾਰਾ ਤੁਸੀਂ ਰਿਵਾਈਂਡ ਕਰਕੇ ਬੈਕ ਕਰਕੇ ਜਿਹੜਾ ਹੈ ਉਹ ਚੈੱਕ ਕਰ ਸਕਦੇ ਹੋ ਬੇਟਾ, ਤਾਂ ਜੋ ਤੁਹਾਨੂੰ ਚੰਗੀ ਤਰੀਕੇ ਨਾਲ ਜਿਹੜੀਆਂ ਨੇ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਲੀਅਰ ਹੋ ਜਾਣ ਜੀ। ਨੈਕਸਟ ਬੇਟਾ ਅੱਗੇ ਵੱਧਦੇ ਹਾਂ ਔਰ ਦੇਖਦੇ ਹਾਂ ਕਿ ਨੈਕਸਟ ਵਾਲਾ ਕੀ ਹੈ ਸਾਡੇ ਕੋਲ। ਹਾਂਜੀ ਬੇਟੇ,
पंजाब प्लेन्स ਜਿਹੜੇ ਨੇ ਇਹ ਥੋੜਾ ਜਿਹਾ ਇੰਪੋਰਟੈਂਟ ਨੇ ਸਾਡੇ ਲਈ ਕਿਉਂਕਿ ਇੱਥੋਂ ਸਾਨੂੰ ਪੰਜਾਬ ਪਲੇਨਸ ਨੂੰ ਆਪਾਂ ਜਿਹੜੇ ਉਹ ਤਿਆਰ ਕਰ ਰਹੇ ਹਾਂ ਪੇਪਰ ਪੰਜਾਬ ਦੇ ਲਈ ਇਸ ਕਰਕੇ ਜਿਹੜਾ ਸਾਨੂੰ ਸਵਾਲ ਇੱਥੋਂ ਵੱਧ ਆਣਗੇ ਵੈਸੇ ਬੇਟੇ ਇਹ ਜਿਹੜੀ ਜੀਓਗ੍ਰਾਫੀ ਤੁਸੀਂ ਜੋ ਵੀ ਕਰ ਰਹੇ ਹੋ ਇਹ ਤੁਹਾਡੀ ਐਸਐਸਸੀ ਲੈਵਲ ਨੂੰ ਵੀ ਬਿਲਕੁਲ ਵਧੀਆ ਤਰੀਕੇ ਨਾਲ ਕਲੀਅਰ ਕਰ ਦੇਗੀ ਚਾਹੇ ਕੋਈ ਵੀ ਹੈ ਯੂਪੀਐਸਸੀ ਨੂੰ ਛੱਡ ਕੇ ਕਿਉਂਕਿ ਯੂਪੀਐਸਸੀ ਦੇ ਵਿੱਚ ਥੋੜਾ ਸਾਨੂੰ ਡਿਟੇਲ ਦੇ ਵਿੱਚ ਜਾਣਾ ਪੈਂਦਾ ਹੈ ਔਰ ਉਹ ਕਲਾਸਾਂ ਜਿਹੜੀਆਂ ਨੇ ਉਹ ਫਿਰ ਫ੍ਰੀ ਟਾਈਮ ਦੇ ਵਿੱਚ ਬਣ ਸਕਦੀਆਂ ਨੇ ਕਿਉਂਕਿ ਐਟ ਪ੍ਰੈਜ਼ੈਂਟ ਜਿਹੜਾ ਹੈ ਆਪਾਂ ਪੰਜਾਬ ਨੂੰ ਫੋਕਸ ਕਰਕੇ ਚੱਲ ਰਹੇ ਹਾਂ ਰਾਈਟ ਔਰ ਇਸ ਜਦੋਂ ਤੁਸੀਂ ਇਹਨਾਂ ਨੂੰ ਪੜ੍ਹ ਲਵੋਗੇ ਇਹਨਾਂ ਕਲਾਸਾਂ ਨੂੰ ਦੇਖ ਲਵੋਗੇ ਬੇਟਾ ਅਟੈਂਡ ਕਰ ਲਓਗੇ ਸਾਰੀਆਂ ਵੀਡੀਓਜ਼ ਨੂੰ ਤੇ ਆਈ ਗਰੰਟੀਡ ਕਿ ਤੁਹਾਨੂੰ ਹੋਰ ਕਿਤੇ ਵੀ ਜੀਓਗ੍ਰਾਫੀ ਨੂੰ ਪੜ੍ਹਨ ਦੀ ਜ਼ਰੂਰਤ ਨਹੀਂ ਪੈਗੀ ਮਾਸਟਰ ਕੇਡਰ ਦੇ ਵਾਲੇ ਸਟੂਡੈਂਟ ਜਿਹੜੇ ਨੇ ਉਹਨਾਂ ਦੇ ਲਈ ਵੀ ਇਹ ਕਾਫੀ ਜ਼ਿਆਦਾ ਬੈਨੀਫੀਸ਼ੀਅਲ ਰਹਿਣ ਵਾਲੀਆਂ ਨੇ The plain is drained by 5 important rivers namely Jhelum, Chenab, Ravi, ਬਿਆਸ ਸਤਲੁਜ ਇਹ ਨੇ ਬੇਟਾ ਤੁਹਾਡੀਆਂ ਮੇਨ ਉਹ ਰਿਵਰਸ ਜਿਹੜੀਆਂ ਇਹਦੇ ਵਿੱਚ ਆਉਂਦੀਆਂ ਨੇ ਪੰਜਾਬ ਦੇ ਵਿੱਚ ਵਗਦੀਆਂ ਨੇ ਪੰਜਾਬ ਜਿਹੜਾ ਜਿਸ ਨੂੰ ਆਪਾਂ ਪੰਜਾਬ ਬੋਲਦੇ ਹਾਂ ਪੰਜ ਦਰਿਆ ਪੰਜਾਬ ਦੇ ਇਹਨਾਂ ਦੇ ਵਿੱਚੋਂ ਦੇਖੋ ਸਾਡੇ ਕੋਲ ਇੱਥੇ ਕੁਝ ਉਹ ਆਉਂਦੇ ਨੇ ਤੁਹਾਡੇ ਦੁਆਬ ਸਭ ਤੋਂ ਪਹਿਲਾ ਦੁਆਬ ਆਉਂਦਾ ਹੈ ਬੇਟਾ ਬਿਸਤ ਦੁਆਬ ਦੇਖੋ BI ਰਿਪਰੈਜ਼ੈਂਟ ਕਰ ਰਹੀ ਹੈ ਬਿਆਸ ਨੂੰ ਔਰ ST ਸਤਲੁਜ ਨੂੰ ਦਰਿਆ ਨੂੰ ਰਿਪਰੈਜ਼ੈਂਟ ਕਰ ਰਹੀ ਹੈ ਬਿਆਸ ਔਰ ਸਤਲੁਜ ਦੇ ਵਿਚਕਾਰ ਵਾਲਾ ਕਿਹੜਾ ਹੈ ਬਿਸਤ ਦੁਆਬ ਜਿਹਨੂੰ ਅਸੀਂ ਜਲੰਧਰ ਦੁਆਬ ਵੀ ਬੋਲਦੇ ਹਾਂ ਕੁਐਸਚਨ ਇੱਥੋਂ ਬਣਦਾ ਹੈ ਤੁਹਾਡੇ ਕੋਲ ਪੁੱਛਿਆ ਜਾਂਦਾ ਹੈ ਬਿਆਸ ਔਰ ਸਤਲੁਜ ਦੇ ਵਿਚਕਾਰ ਵਾਲਾ ਜਿਹੜਾ ਦੁਆਬ ਹੈ ਉਹਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਬਿਸਤ ਦੁਆਬ ਦੇ ਨਾਲ ਬੇਟਾ ਉਹਨੂੰ ਜਾਣਦੇ ਹਾਂ ਆਪਾਂ ਉਸ ਤੋਂ ਬਾਅਦ ਆਉਂਦਾ ਜੀ ਬਾਰੀ ਦੁਆਬ BA ਬਿਆਸ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ RI ਬੇਟਾ ਰਿਪਰੈਜ਼ੈਂਟ ਕਰ ਰਿਹਾ ਹੈ ਰਾਵੀ ਨੂੰ ਤਾਂ ਬਾਰੀ ਦੁਆਬ ਜਿਹੜਾ ਹੈ ਉਹ ਕਿਹੜੇ ਦੋ ਦਰਿਆਵਾਂ ਦੇ ਵਿਚਕਾਰ ਵਾਲਾ ਹੀ ਰੀਜ਼ਨ ਹੋ ਗਿਆ ਬਿਆਸ ਔਰ ਰਾਵੀ ਦੇ ਵਿਚਕਾਰ ਵਾਲਾ ਜੀ ਨੈਕਸਟ ਆ ਜਾਂਦਾ ਬੇਟਾ ਰਚਨਾ ਦੁਆਬ ਰਾਵੀ ਔਰ ਚਨਾਬ ਨੂੰ RA ਜਿਹੜਾ ਹੈ ਉਹ ਰਾਵੀ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ ਔਰ ਅਗਲਾ ਜਿਹੜਾ ਹੈ ਉਹ ਚਨਾਬ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ ਰਜਨ ਦੁਆਬ ਛੱਜ ਦੁਆਬ ਬੇਟੇ ਜਿਹੜਾ ਆਉਂਦਾ ਹੈ ਤੁਹਾਡਾ ਚਨਾਬ ਔਰ ਜੇਲਮ ਦਰਿਆ ਜਿਹੜੇ ਨੇ ਉਹਨਾਂ ਦੇ ਵਿਚਕਾਰ ਵਾਲੇ ਨੂੰ ਆਪਾਂ ਬੋਲ ਦਿੰਦੇ ਹਾਂ ਛੱਜ ਦੁਆਬ ਸਿੰਧ ਸਾਗਰ ਜੇਲਮ ਔਰ ਇੰਡਸ ਰਿਵਰ ਦੇ ਵਿੱਚ ਸੋ ਆਈ ਰਿਕੁਐਸਟ ਕਿ ਇਹ ਜਿਹੜੇ ਨੇਮ ਨੇ ਨਾ ਇਹ ਤੁਹਾਨੂੰ ਯਾਦ ਰਹਿਣੇ ਚਾਹੀਦੇ ਨੇ ਔਰ ਉਹਨਾਂ ਨੂੰ ਯਾਦ ਰੱਖਣ ਦੀ ਟ੍ਰਿਕ ਸਿੱਧੀ ਜੀ ਸਿੰਪਲ ਹੈ ਇਹ ਜਿਹੜੇ ਦੋ ਅੱਖਰ ਨੇ ਪਹਿਲੇ ਔਰ ਲਾਸਟ ਵਾਲੇ ਜਿਹੜੇ ਨੇ ਨਾ ਜਿਹੜੀਆਂ ਤੁਹਾਡੇ ਇਹ ਡਿਜ਼ਰਟਸ ਆ ਰਹੇ ਨੇ ਇਹ ਜਿਹੜੇ ਨੇ ਇਹਨਾਂ ਤੋਂ ਹੀ ਤੁਹਾਨੂੰ ਪਤਾ ਚੱਲ ਜਾਂਦਾ ਹੈ ਕਿ ਕਿਹੜੇ ਜਿਹੜੇ ਨੇ ਉਹ ਦਰਿਆ ਦੀ ਗੱਲ ਹੋ ਰਹੀ ਹੈ ਜੀ ਠੀਕ ਕਿਉਂਕਿ ਇਹ ਦੋ ਦਰਿਆਵਾਂ ਦੇ ਜਿਹੜੇ ਨੇਮ ਨੇ ਉਹਨਾਂ ਨੂੰ ਮਿਲਾ ਕੇ ਜਿਹੜਾ ਇਹ ਦੁਆਬ ਜਿਹੜੇ ਨੇ ਉਹਨਾਂ ਦੇ ਨਾਮ ਰੱਖੇ ਗਏ ਨੇ ਬੇਟਾ ਅੱਗੇ ਇਸ ਪਿਕਚਰ ਦੇ ਵਿੱਚ ਤੁਹਾਨੂੰ ਥੋੜਾ ਹੋਰ ਜ਼ਿਆਦਾ ਕਲੀਅਰ ਹੋ ਜਾਏਗਾ ਦੇਖੋ ਇਹ ਆ ਰਹੀ ਹੈ ਸਾਡੀ ਚਨਾਬ ਵਾਲੀ ਰਿਵਰ ਇਹ ਆ ਰਹੀ ਹੈ ਰਾਵੀ ਰਿਵਰ ਚਨਾਬ ਔਰ ਰਾਵੀ ਦੇ ਵਿਚਕਾਰ ਜਿਹੜਾ ਰੀਜ਼ਨ ਹੈ ਬੇਟਾ ਸਾਰੇ ਦਾ ਸਾਰਾ ਇਹਨੂੰ ਕਿਸ ਦੁਆਬ ਦੇ ਨਾਲ ਜਾਣਦੇ ਆ ਤਾਂ ਇੱਥੋਂ ਚੈੱਕ ਕਰੋ ਦੇਖੋ ਚਨਾਬ ਔਰ ਰਾਵੀ ਰਚਨ ਦੁਆਬ ਜੀ ਠੀਕ ਹੈ ਬੇਟੇ ਤਾਂ ਇਹਨੂੰ ਆਪਾਂ ਕੀ ਨਾਮ ਦਵਾਂਗੇ ਇਹ ਹੈ ਜੀ ਰਚਨ ਦੁਆਬ ਇਹ ਆ ਰਹੀ ਹੈ ਤੁਹਾਡੀ ਬਿਆਸ ਰਿਵਰ ਇਹ ਆ ਰਹੀ ਹੈ ਤੁਹਾਡੀ ਸਤਲੁਜ ਰਿਵਰ ਬਿਆਸ ਔਰ ਸਤਲੁਜ ਦੇ ਵਿੱਚ ਜਿਹੜਾ ਆਉਂਦਾ ਹੈ ਬਾਰੀ ਦੁਆਬ ਔਰ ਨਹੀਂ ਬਿਸਤ ਦੁਆਬ ਬੇਟੇ ਬਿਸਤ ਦੁਆਬ ਜਿਹੜਾ ਇਹਦੇ ਵਿੱਚ ਆ ਜਾਂਦਾ ਹੈ ਤਾਂ ਇਹ ਇਸ ਤਰੀਕੇ ਨਾਲ ਹੋ ਗਿਆ ਬੱਚੇ ਮਤਲਬ ਦੋ ਰਿਵਰਸ ਜਿਹੜੇ ਚੱਲ ਰਹੇ ਨੇ ਉਹਨਾਂ ਦੇ ਵਿਚਕਾਰ ਜਿਹੜਾ ਉਹ ਆ ਰਿਹਾ ਹੈ ਉਹਨੂੰ ਆਪਾਂ ਬੋਲ ਦਿੰਦੇ ਆ ਦੁਆਬ ਦੋ ਦਰਿਆਵਾਂ ਦੇ ਵਿਚਕਾਰ ਵਾਲੀ ਧਰਤੀ ਉਹਨਾਂ ਦੇ ਨੇਮ ਔਰ ਇਹ ਜੋ ਗ੍ਰੀਨ ਵਾਲਾ ਰਿਪਰੈਜ਼ੈਂਟ ਕਰ ਰਿਹਾ ਏਰੀਆ ਬੇਟਾ ਇਹ ਹੈ ਸਾਡਾ ਪੰਜਾਬ ਪਲੇਨਸ ਦੇਖੋ ਪੰਜਾਬ ਪਲੇਨਸ ਜਿਹੜੇ ਨੇ ਇਹ ਇੰਡਸ ਰਿਵਰ ਦੇ ਪਲੇਨਸ ਦੀ ਅਗਰ ਗੱਲ ਕਰਦੇ ਆ ਤਾਂ ਬੇਟੇ ਇਹ ਸਾਰਾ ਏਰੀਆ ਜਿਹੜਾ ਹੈ ਕੁਝ ਇੰਨਾ ਹੈ ਇਹਨਾਂ ਦਾ ਇਹ ਵਾਲਾ ਲੇਕਿਨ ਇਹ ਜਿਹੜਾ ਏਰੀਆ ਹੈ ਇਹ ਕਿੱਥੇ ਹੈ ਪਾਕਿਸਤਾਨ ਦੇ ਵਿੱਚ ਚਲਾ ਗਿਆ ਆਫਟਰ ਪਾਰਟੀਸ਼ਨ ਸਾਡੇ ਕੋਲ ਸਿਰਫ ਬਚਿਆ ਇਹ ਵਾਲਾ ਰੀਜ਼ਨ ਹੀ ਰਾਈਟ ਸੋ ਇਹ ਸੀਗੇ ਪੰਜਾਬ ਪਲੇਨਸ ਬੇਟਾ ਨੈਕਸਟ ਅੱਗੇ ਵਧਦੇ ਹਾਂ ਗੰਗਾ ਪਲੇਨਸ ਦੇ ਵੱਲ ਦਿਸ ਇਜ਼ ਦਾ ਲਾਰਜੈਸਟ ਯੂਨਿਟ ਆਫ ਗ੍ਰੇਟ ਪਲੇਨਸ ਜੋ ਆਪਣੇ ਨਾਰਦਰਨ ਪਲੇਨਸ ਨੇ ਉਹਨਾਂ ਦਾ ਬਹੁਤ ਜ਼ਿਆਦਾ ਹਿੱਸਾ ਜਿਹੜਾ ਹੈ ਉਹ ਕਿੱਥੋਂ ਬਣਦਾ ਹੈ ਗੰਗਾ ਰਿਵਰ ਤੋਂ ਇਹ ਕਿੱਥੋਂ ਤੋਂ ਕਿੱਥੋਂ ਤੱਕ ਫੈਲੇ ਹੋਏ ਨੇ ਬੇਟਾ ਇਹ ਦਿੱਲੀ ਤੋਂ ਸ਼ੁਰੂ ਹੋ ਕੇ ਕਲਕੱਤਾ ਤੱਕ ਚੱਲਦੇ ਨੇ ਜੀ ਗੰਗਾ ਰਿਵਰ ਦੇ ਜਿਹੜੇ ਪਲੇਨਸ ਨੇ ਬੇਟਾ ਗੰਗਾ along with its large number of tributary originate in the Himalaya have brought large quantity of alluvium from the mountain and deposit it here to build this extensive plain ਉਹ ਜੋ alluvium ਉਹਨਾਂ ਨੇ ਪਹਾੜਾਂ ਤੋਂ ਲਿਆਣ ਕੇ ਇੱਥੇ ਜਿਹੜਾ ਹੈ ਉਹ ਡਿਪੋਜ਼ਿਟ ਕੀਤਾ ਹੈ ਉਹਦੇ ਨਾਲ ਹੀ ਇਹ ਸਾਰੇ ਬਣੇ ਨੇ ਇਸ ਤੋਂ ਇਲਾਵਾ ਸਿਰਫ ਹਿਮਾਲਿਆ ਤੋਂ ਹੀ ਨਹੀਂ ਬੇਟਾ ਕੁਝ ਪੈਨਿਸੂਲਰ ਰਿਵਰਸ ਵੀ ਨੇ ਜਿਹੜੇ ਕਿ ਅੱਗੇ ਆ ਕੇ ਗੰਗਾ ਦੇ ਵਿੱਚ ਮਿਲਦੇ ਨੇ ਜਿਵੇਂ ਚੰਬਲ ਬੇਤਵਾ ਸਿੰਧ ਕੇਨ ਸੋਨ ਨੇ ਸੋਨ ਨੂੰ ਛੱਡ ਕੇ ਜਿਹੜੀਆਂ ਬਾਕੀ ਰਿਵਰ ਨੇ ਤਿੰਨੋਂ ਹੀ ਇਹ ਤਿੰਨੋਂ ਜਮਨਾ ਦੀਆਂ ਟ੍ਰਿਬਿਊਟਰੀਜ਼ ਨੇ ਔਰ ਜਮਨਾ ਅੱਗੇ ਇਲਾਹਾਬਾਦ ਦੇ ਵਿੱਚ ਜਾ ਕੇ ਗੰਗਾ ਨੂੰ ਜਿਹੜਾ ਉਹ ਬੇਟੇ ਮਿਲ ਜਾਂਦੀ ਹੈ ਨੈਕਸਟ ਦੇਖਦੇ ਹਾਂ ਜੀ ਆਪਾਂ ਇਹ ਦੇਖੋ ਇਸ ਦੀ ਰਿਪਰੈਜ਼ੈਂਟੇਸ਼ਨ ਹੈ ਜਮਨਾ ਰਿਵਰ ਆ ਰਹੀ ਹੈ ਬੇਟਾ ਇਹ ਚੱਲ ਰਹੀ ਹੈ ਜਮਨਾ ਰਿਵਰ ਔਰ ਜਮਨਾ ਰਿਵਰ ਇੱਥੇ ਜਾ ਕੇ ਜਿਹੜੀ ਹੈ ਇਲਾਹਾਬਾਦ ਦੇ ਵਿੱਚ ਇਹਦੇ ਨਾਲ ਮਿਲ ਜਾਂਦੀ ਹੈ ਇਹ ਚੰਬਲ ਰਿਵਰ ਹੈ ਜਿਹੜੀ ਜਮਨਾ ਨੂੰ ਮਿਲ ਰਹੀ ਹੈ ਔਰ ਇਹ ਤੁਹਾਡੀ ਬੇਤਵਾ ਸਿੰਧ ਔਰ ਇਹ ਆ ਰਹੀ ਹੈ ਜੀ ਸੋਨ ਰਿਵਰ ਜਿਹੜੀ ਸਿੱਧੀ ਅੱਗੇ ਗੰਗਾ ਦੇ ਵਿੱਚ ਜਾ ਕੇ ਮਿਲਦੀ ਹੈ ਬੇਟੇ ਔਰ ਇੱਥੋਂ ਗੰਗਾ ਬੰਗਲਾਦੇਸ਼ ਦੇ ਵਿੱਚ ਜਿਹੜੀ ਉਹ ਐਂਟਰ ਕਰ ਜਾਂਦੀ ਹੈ ਰਾਜੇ ਔਰ ਇਹ ਹੈ ਜੀ ਸਾਡੇ ਗੰਗਾ ਰਿਵਰ ਦੇ ਪਲੇਨ ਇਹਨਾਂ ਨੂੰ ਆਪਾਂ ਬੋਲਦੇ ਹਾਂ upper Gangetic plain, this is middle Gangetic plain and this one is lower Gangetic plain. So ਇਸ ਤਰੀਕੇ ਨਾਲ ਇਹਦੀ ਆਪਾਂ ਜਿਹੜੀ ਉਹ ਡਿਵੀਜ਼ਨ ਕਰਦੇ ਹਾਂ ਜੀ The general slope of entire plain is to east and southeast.
ਸਲੋਪ ਮਤਲਬ ਢਲਾਨ। ਦੇਖੋ ਜਿੱਧਰ ਨੂੰ ਢਲਾਨ ਹੋਏਗੀ ਬੇਟਾ ਉਧਰ ਵੱਲ ਹੀ ਇਹ ਰਿਵਰ ਫਲੋ ਕਰਦੇ ਨੇ। ਹਿਮਾਲਿਆਸ ਤੋਂ ਨਿਕਲਦੀ ਹੈ ਰਿਵਰ ਔਰ ਇੱਧਰ ਨੂੰ ਵਗਦੀ ਹੋਈ ਬੇ ਆਫ ਬੰਗਾਲ ਵੱਲ ਜਾਂਦੀ ਹੈ। ਕਿਉਂ? ਇੱਧਰ ਨੂੰ ਸਲੋਪ ਹੈ ਉਸ ਦੀ, ਇਸ ਕਰਕੇ ਉਹ ਇੱਧਰ ਵੱਲ ਨੂੰ ਜਿਹੜੀ ਉਹ ਜਾ ਰਹੀ ਹੈ। ਤਾਂ ਜਿੱਧਰ ਨੂੰ ਵੀ ਦਰਿਆ ਵਗੇਗਾ ਸਲੋਪ ਉਧਰ ਵੱਲ ਹੀ ਹੁੰਦੀ ਹੈ। ਆਲਮੋਸਟ ਆਲ ਦਾ ਰਿਵਰ ਕੀਪ ਔਨ ਸ਼ਿਫਟਿੰਗ देयर ਕੋਰਸ ਮੇਕਿੰਗ ਦਿਸ ਏਰੀਆ ਪ੍ਰੋਨ ਟੂ ਫ੍ਰੀਕੁਐਂਟ ਫਲੱਡ ਵਗੈਰਾ ਕਹਿੰਦੇ ਕਾਫੀ ਆਉਂਦੇ ਨੇ। ਔਰ ਇੱਕ ਖਾਸ ਦਰਿਆ ਹੈ ਜਿਹੜਾ ਇਸੇ ਕੰਮ ਲਈ ਜਾਣਿਆ ਜਾਂਦਾ ਜੀ, ਕੋਸੀ ਰਿਵਰ, ਬਿਹਾਰ ਦੇ ਵਿੱਚ ਵਗਦੀ ਹੈ ਬੇਟਾ। ਔਰ ਇਹਨੂੰ ਬੋਲਦੇ ਆ ਸੈਰੋ ਆਫ ਬਿਹਾਰ। ਹਰ ਸਾਲ ਹੜ੍ਹ ਲੈ ਕੇ ਆਉਂਦੀ ਹੈ, ਬਹੁਤ ਜ਼ਿਆਦਾ ਨੁਕਸਾਨ ਕਰਦੀ ਹੈ। ਔਰ ਇਹ ਕਿੱਦਾਂ ਦਾ ਦਰਿਆ ਹੈ, ਤੁਸੀਂ ਹੈਰਾਨ ਹੋਵੋਗੇ, ਇਸ ਦੇ ਕਿਨਾਰੇ ਤੇ ਕੋਈ ਵੀ ਪਿੰਡ ਸ਼ਹਿਰ ਨਹੀਂ ਆਉਂਦਾ। ਰਾਈਟ, ਕਿਉਂ? ਕਿਉਂਕਿ ਆਪਣਾ ਜਿਹੜਾ ਹੈ ਉਹ ਬਦਲ ਦਿੰਦੀ ਹੈ, ਕੋਰਸ ਨੂੰ ਬਦਲ ਦਿੰਦੀ ਹੈ। ਅੱਜ ਇੱਧਰ ਦੀ ਵਗ ਰਹੀ ਹੈ, ਅਗਲੇ ਸਾਲ ਇੱਧਰ ਦੀ ਵਗ ਰਹੀ ਹੋਏਗੀ, ਫਲੱਡ ਲੈ ਕੇ ਆਉਂਦੀ ਹੈ। ਇਸ ਕਰਕੇ ਇਸ ਨੂੰ ਬਿਹਾਰ ਦਾ ਜਿਹੜਾ ਸੈਰੋ ਬੋਲਿਆ ਜਾਂਦਾ ਹੈ, ਬਿਹਾਰ ਦਾ ਦੁੱਖ ਬੋਲਿਆ ਜਾਂਦਾ ਹੈ। ਨੈਕਸਟ ਬੇਟੇ ਜਿਹੜੇ ਸਾਡੇ ਕੋਲ ਤੀਜੇ ਪਲੇਨਸ ਆਉਂਦੇ ਨੇ ਉਹ ਨੇ ਬ੍ਰਹਮਪੁੱਤਰਾ ਪਲੇਨਸ ਜਿਹੜੇ ਨੇ ਬ੍ਰਹਮਪੁੱਤਰਾ ਰਿਵਰ ਨੇ ਬਣਾਏ ਨੇ ਬੇਟੇ। ਔਰ ਇਹ ਅਸਾਮ ਦੇ ਵਿੱਚ ਆਉਂਦੇ ਨੇ, ਇਸ ਕਰਕੇ ਇਹਨਾਂ ਨੂੰ ਬੇਟਾ ਅਸਾਮ ਪਲੇਨਸ ਵੀ ਬੋਲ ਦਿੱਤਾ ਜਾਂਦਾ ਹੈ। ਰਾਈਟ, ਔਰ ਇਹਨਾਂ ਦੀਆਂ ਅਗਰ ਬਾਉਂਡਰੀਜ਼ ਦੀ ਗੱਲ ਕਰੀਏ ਤਾਂ ਜਿਹੜੀ ਵੈਸਟਰਨ ਬਾਉਂਡਰੀ ਹੈ ਉਹ ਇੰਡੋ ਬੰਗਲਾਦੇਸ਼ ਜਿਹੜਾ ਬਾਰਡਰ ਹੈ ਉੱਥੋਂ ਬਣ ਜਾਂਦੀ ਹੈ। ਔਰ ਜਿਹੜੀ ਇਹਦੀ ਈਸਟਰਨ ਬਾਉਂਡਰੀ ਹੈ ਬੇਟਾ, ਈਸਟ ਵਾਲੇ ਪਾਸੇ ਉਹ ਆ ਜਾਂਦੀਆਂ ਨੇ ਪੂਰਵਾਂਚਲ ਹਿਲਸ। ਔਰ ਇਹਨਾਂ ਦਾ ਇੱਕ ਇੰਪੋਰਟੈਂਟ ਜਿੱਤੋਂ ਕਾਫੀ ਸਾਰੇ ਕੁਐਸਚਨ ਆਉਂਦੇ ਨੇ, ਮਾਂਜੁਲੀ ਆਈਲੈਂਡ ਇੱਕ ਰਿਵਰ ਆਈਲੈਂਡ ਹੈ ਬੇਟਾ ਜਿਹੜਾ ਬ੍ਰਹਮਪੁੱਤਰਾ ਰਿਵਰ ਦੇ ਵੱਲੋਂ ਬਣਿਆ ਹੈ। ਔਰ ਇਹ ਕਿਹੜੀ ਸਟੇਟ ਦੇ ਵਿੱਚ ਹੈ? ਅਸਾਮ ਸਟੇਟ ਦੇ ਵਿੱਚ ਹੈ। ਔਰ ਇਹ ਦੁਨੀਆ ਦਾ ਸਭ ਤੋਂ ਵੱਡਾ ਰਿਵਰ ਆਈਲੈਂਡ ਹੈ, ਇਸ ਕਰਕੇ ਇਹਦੇ ਤੋਂ ਤੁਹਾਨੂੰ ਸਵਾਲ ਜਿਹੜੇ ਨੇ ਉਹ ਆਉਂਦੇ ਨੇ। ਨੈਕਸਟ ਬੇਟਾ ਅੱਗੇ ਵਧਦੇ ਹਾਂ। ਇਹ ਰਿਹਾ ਜੀ ਤੁਹਾਡਾ ਗ੍ਰਾਫਿਕਲ ਰਿਪਰੈਜ਼ੈਂਟੇਸ਼ਨ ਉਸ ਪੂਰੇ ਪਲੇਨਸ ਦਾ। ਇਹ ਵਾਲਾ ਜਿਹੜਾ ਹੈ ਅੱਗੇ ਤੁਹਾਡੇ ਕੋਲ ਦੇਖੋ ਜਿਹੜਾ ਰੀਜ਼ਨ ਹੈ, ਇਹ ਸਾਰੇ ਦਾ ਸਾਰਾ ਜਿਹੜਾ ਬ੍ਰਹਮਪੁੱਤਰਾ ਦਾ ਰਿਵਰ ਦੇ ਵੱਲੋਂ ਬਣਾਏ ਗਏ ਪਲੇਨਸ ਨੇ, ਜਿਨ੍ਹਾਂ ਵਿੱਚ ਜ਼ਿਆਦਾਤਰ ਹਿੱਸਾ ਆਉਂਦਾ ਹੈ ਬੇਟੇ ਅਸਾਮ ਦਾ। ਰਾਈਟ ਬੇਟਾ, ਸੋ ਇਹ ਸੀਗਾ ਆਪਣਾ ਪੂਰਾ ਅੱਜ ਦਾ ਜਿਹੜਾ ਟੌਪਿਕ ਤੁਹਾਡਾ ਨਾਰਦਰਨ ਪਲੇਨਸ। ਆਈ ਹੋਪ ਕਿ ਤੁਹਾਨੂੰ ਪੂਰੀ ਕਲਾਸ ਸਮਝ ਲੱਗੀ ਹੋਏਗੀ ਬੇਟਾ ਹਰ ਚੀਜ਼ ਨੂੰ। ਅਗਰ ਤੁਹਾਨੂੰ ਦਿੱਕਤ ਹੈ ਕਿਸੇ ਵੀ ਟੌਪਿਕ ਦੇ ਵਿੱਚ ਅਜੇ ਵੀ ਤਾਂ ਤੁਸੀਂ ਵੀਡੀਓ ਨੂੰ ਇੱਕ ਵਾਰ ਦੁਬਾਰਾ ਜ਼ਰੂਰ ਦੇਖ ਲਓ। ਨਾਓ ਆਈ ਰਿਕੁਐਸਟ ਅਗੇਨ ਟੂ ਆਲ ਆਫ ਯੂ ਬੇਟਾ ਕਿ ਪਲੀਜ਼ ਸਾਡੇ ਚੈਨਲ ਨੂੰ ਲਾਈਕ ਔਰ ਜਿਹੜਾ ਸਬਸਕ੍ਰਾਈਬ ਜ਼ਰੂਰ ਕਰ ਦਿਓ, ਆਪਣੇ ਬਾਕੀ ਸਾਥੀਆਂ ਦੇ ਨਾਲ ਵੀ ਸ਼ੇਅਰ ਕਰੋ ਤਾਂ ਜੋ ਸਾਰੇ ਇਸ ਤੋਂ ਜਿਹੜਾ ਉਹ ਬੈਨੀਫਿਟ ਲੈ ਸਕੋ ਬੇਟੇ। ਆਈ ਹੋਪ ਯੂ ਇੰਜੋਏ ਦਾ ਕਲਾਸ ਬੇਟਾ। ਮਿਲਦੇ ਹਾਂ ਨੈਕਸਟ ਕਲਾਸ ਦੇ ਵਿੱਚ। ਥੈਂਕ ਯੂ, ਬਾਏ ਬਾਏ।